मीडिया प्रैसिडेंट फ्रॉम टोरंटो सरदार सुखदेव सिंह गिल ਜਿਹੜੇ ਕਿ ਸਲਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, टीवी 84 देख रहे सारे ही दर्शक ਤੇ ਜੀ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਰੀਸੈਂਟ ਨਿਊਜ਼ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਦਿੱਲੀ ਕਮੇਟੀ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਮਰਨ ਵਰਤ ਸੀਗਾ ਉਹ ਬਿਨਾਂ ਕੁਝ ਹਾਸਲ ਕੀਤਿਆਂ ਹੀ ਤੋੜ ਦਿੱਤਾ ਹੈ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਭਾਈ ਗੁਰਬਖਸ਼ ਸਿੰਘ ਹੋਣਾ ਨੇ ਜਦੋਂ ਪਿਛਲੇ ਆਪਣੇ 2013 ਵਿੱਚ ਵੀ ਭੁੱਖ ਹੜਤਾਲ ਕੀਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਸ ਸਮੇਂ ਵੀ ਸਿੱਖ ਸੰਗਤਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਸੀ। ਉਦੋਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਸੰਸਥਾਵਾਂ ਵੱਲੋਂ ਜਿਹੜਾ ਉਹਨਾਂ ਨੂੰ ਇੱਕ ਕਿਹਾ ਗਿਆ ਸੀ ਕਿ ਹਾਂ ਅਸੀਂ ਇੱਥੇ ਕੰਮ ਕਰਾਂਗੇ, ਉਹਨਾਂ ਨਹੀਂ ਕੀਤਾ। ਬਾਅਦ ਵਿੱਚ ਹੁਣ ਜਦੋਂ ਇਸ ਸਾਲ ਉਹਨਾਂ ਨੇ ਆਪਣੇ ਰੱਖੀ ਨਵੰਬਰ ਤੋਂ ਹੜਤਾਲ ਤੇ ਉਹਨਾਂ ਨੇ ਕੁਝ 64 ਦਿਨ ਰੱਖੀ, ਅੱਜ ਤੱਕ ਆਪਾਂ ਕਹੀਏ, ਲੋਕਾਂ ਨੂੰ ਆਸ ਸੀ ਕਾਫੀ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ, ਏਜੰਸੀਆਂ, ਜਿਹੜੀ ਕੇਂਦਰ ਦੀ ਸਰਕਾਰ ਦਾ ਆਪਣਾ ਰੋਲ ਆ, ਪੰਜਾਬ ਦਾ ਆਪਣਾ ਤੇ ਪ੍ਰਕਾਸ਼ ਬਾਦਲ ਦਾ ਤੇ ਹਰਿਆਣਾ ਦੀ ਸਰਕਾਰ ਦਾ ਆਪਣਾ ਰੋਲ ਸੀ, ਏਜੰਸੀਆਂ ਆਪਣਾ ਰੋਲ ਅਦਾ ਕਰਦੀਆਂ ਨੇ। ਤੇ ਇਸ ਵਾਰੀ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਕੋਈ ਜਿੱਦਾਂ ਪਿਛਲੀ ਵਾਰੀ ਇੱਕ 5 ਮੈਂਬਰੀ ਕਮੇਟੀ ਸੀ, ਉਹਦਾ ਉਹ ਜਿਹੜਾ ਸੀ ਉਹਨੂੰ ਨਾਲ ਨਹੀਂ ਲਿਆ ਜਾਂ ਸਲਾਹ ਨਹੀਂ ਕੀਤੀ, ਆਪਣੇ ਤੌਰ ਤੇ ਵੀ ਕੀਤਾ ਸੀ। ਪਰ ਦੂਜੇ ਪਾਸੇ ਉਹਨੇ ਕਿਹਾ ਕਿ ਮੈਨੂੰ ਲੋਕੀ ਮਿਹਨਤਾਂ ਨੇ ਮਾਰਦੇ ਸੀ, ਪਿਛਲੇ ਵਾਰ ਤੁਸੀਂ ਭੁੱਖ ਹੜਤਾਲ ਕੀਤੀ ਸੀ, ਕੋਈ ਫੈਸਲਾ ਨਹੀਂ ਹੋਇਆ। ਇਸ ਵਾਰੀ ਉਹਨਾਂ ਨੇ ਫਿਰ ਦੁਬਾਰਾ ਰੱਖੀ। ਬੇਸ਼ੱਕ ਉਹਨਾਂ ਨੂੰ ਪੰਜਾਬ ਵਿੱਚ ਜਗ੍ਹਾ ਨਹੀਂ ਮਿਲੀ, ਪਰ ਉਹਨਾਂ ਨੇ ਫਿਰ ਲਖਨਊ ਸਾਹਿਬ ਗੁਰਦੁਆਰਾ ਸਾਹਿਬ ਰੱਖੀ। ਇਹ ਜਿਹੜੀ ਭੁੱਖ ਹੜਤਾਲ ਸੀ, ਇਹਦੇ 'ਚ ਅੱਜ ਜਿਸ ਤਰ੍ਹਾਂ ਮੀਡੀਆ 'ਚ ਉਹਨੇ ਖੁਦ ਆਪ ਹੀ ਕਿਹਾ ਕਿ ਮੈਨੂੰ ਬਾਹਰੋਂ ਸੰਗਤਾਂ ਦਾ ਅਤੇ ਦਿੱਲੀ ਗੁਰਦੁਆਰਾ ਕਮੇਟੀ, ਸੰਤ ਸਮਾਜ ਵੱਲੋਂ ਜਾਂ ਜਿਹੜੇ ਆਪਣੇ ਜੇਲ੍ਹਾਂ 'ਚ ਬੰਦੀ ਸਿੱਖ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਮੈਨੂੰ ਇਹ ਕਿਹਾ ਗਿਆ। ਹੁਣ ਕਈ ਵਾਰੀ ਸਵਾਲ ਇਹ ਵੀ ਪੈਦਾ ਹੋ ਜਾਂਦਾ ਤੇ ਇੱਕ ਪਾਸੇ ਤਾਂ ਭਾਈ ਸਾਹਿਬ ਪਹਿਲਾਂ ਪਰਚੀ ਪਾਉਂਦੇ ਸਨ ਕਿ ਅੱਜ ਵੀ ਪਰਚੀ ਪਾਉਣ ਵਾਲਾ ਇਸ਼ੂ ਹੁੰਦਾ। ਹਾਂ, ਜਿੰਨਾ ਕੁ ਨਹੀਂ ਕੀਤਾ ਹੈ ਮੇਰੇ ਖਿਆਲ 'ਚ ਉਹ ਸਿੱਖ ਕੌਮ ਵਿੱਚ, ਲੋਕਾਂ ਵਿੱਚ ਅਵੇਅਰਨੈਸ ਲਿਆਉਣ ਲਈ ਵਰਲਡ ਵਾਈਡ ਕਾਫੀ ਸੀ। ਅਸੀਂ ਇਸ ਗੱਲ ਦੀ, ਕਿਉਂਕਿ 63-64 ਦਿਨ ਭੁੱਖੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ, ਸੋ ਅਸੀਂ ਇਸ ਗੱਲ ਦੀ ਦਾਦ ਵੀ ਦਿੰਦੇ ਹਾਂ। ਦੂਜੇ ਪਾਸੇ ਮੇਰੇ ਖਿਆਲ 'ਚ ਜਿਸ ਵੱਡੇ ਲੈਵਲ ਦਾ ਸੰਘਰਸ਼ ਸੀ, ਭਾਈ ਸਾਹਿਬ ਨੂੰ, ਉਹਨਾਂ ਦੇ ਸਾਥੀਆਂ ਨੂੰ ਹੋਰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਸੀ। ਪਰ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਜਾਂ ਸੰਤ ਸਮਾਜ ਜਾਂ BJP ਦਾ ਕੀ ਏਜੰਡਾ ਹੈ, ਹੁਣ BJP, ਸੰਤ ਸਮਾਜ, ਦਿੱਲੀ ਕਮੇਟੀ, RSS, BJP, ਅਕਾਲੀ ਦਲ, ਇਹ ਸਾਰਾ ਮਿਲਗੋਬਾ ਹੀ ਹੈ। ਇਸ ਮਿਲਗੋਬੇ ਨੇ ਦੇਖਣਾ ਕਿ ਉਹਨਾਂ ਨੂੰ ਕਿੱਧਰੋਂ ਫਾਇਦਾ ਹੁੰਦਾ। ਪਰ ਦੂਜੇ ਪਾਸੇ ਭੁੱਖ ਹੜਤਾਲ ਕਰਨ ਵਾਲਿਆਂ ਨੇ ਜਾਂ ਕੌਮ ਦੇ ਜਿਹੜੇ ਸ਼ੁਭ ਚਿੰਤਕ ਨੇ, ਉਹਨਾਂ ਨੇ ਕੌਮ ਦੇ ਇੰਟਰਸਟ ਨੂੰ ਦੇਖਣਾ ਹੁੰਦਾ ਵੀ ਕੌਮ ਨੂੰ ਕਿੱਥੋਂ ਫਾਇਦਾ ਹੁੰਦਾ। ਇਹ ਮੇਰੇ ਖਿਆਲ 'ਚ ਅਸੀਂ ਕੌਮ ਨੂੰ ਕਿੱਥੋਂ ਫਾਇਦਾ ਹੁੰਦਾ, ਉਸ ਗੱਲ ਤੋਂ ਜਿਹੜੀ ਸਾਡੀ ਪ੍ਰਾਪਤੀ ਹੋਣੀ ਸੀ, ਉਸ ਗੱਲ ਤੋਂ ਥੋੜੀ ਜਿਹੀ ਮੇਰੇ ਖਿਆਲ 'ਚ ਲੋਕਾਂ ਵਿੱਚ ਨਿਰਾਸ਼ਤਾ ਹੈ ਵੀ, ਔਰ ਬਣਦਾ ਵੀ ਹੈ ਕਿ ਅਸੀਂ ਵੀ ਇੱਥੇ ਕੈਨੇਡਾ ਵਿੱਚ, ਔਰਵਾ ਵਿੱਚ 22 ਦਸੰਬਰ ਤੋਂ ਚੇਨ ਹੰਗਰ ਸਟ੍ਰਾਈਕ ਇੱਥੇ ਦੇ ਸਿੱਖਾਂ ਨੇ ਰੱਖੀ ਹੋਈ ਹੈ, ਅਜੇ ਵੀ ਜਾਰੀ ਹੈ। ਪਰ ਜਦੋਂ ਸਿੱਖ ਹਰ ਜਗ੍ਹਾ ਅਤੇ ਹਰ ਸਮੇਂ ਸਾਥ ਦਿੰਦੇ ਨੇ, ਕਈ ਵਾਰੀ ਵਾਰ-ਵਾਰ ਜਿਹੜਾ ਸਾਥ ਲੈਣਾ, ਵਿਸ਼ਵਾਸ ਕਰਨਾ, ਉਹ ਸੌਖਾ ਨਹੀਂ ਹੁੰਦਾ। ਹੁਣ ਕੱਲ ਨੂੰ ਕਿਸੇ ਹੋਰ ਬੰਦੇ ਨੇ ਇਸ ਇਸ਼ੂ ਤੇ ਕੋਈ ਗੱਲ ਕਰਨੀ ਹੋਈ ਕਿ ਵੀ ਲੋਕੀ ਮਗਰ ਨਹੀਂ ਲੱਗਣਗੇ। ਸੋ ਇਹਦੇ ਸਾਰੇ ਪੱਖ ਨੇ। ਸਰਕਾਰ ਪੱਖ ਜਿਹੜਾ ਹੈ ਉਹ ਇਹ ਹੈ ਕਿ ਜਿਹੜੀ ਆਪਣੇ ਹਰਿਆਣਾ ਦੀ ਸਰਕਾਰ ਸੀ, ਉਹ ਉੱਥੇ ਦਾ ਪੁਲਿਸ ਪ੍ਰਸ਼ਾਸਨ ਸੀ, ਦੂਜੇ ਪਾਸੇ ਉਹਨਾਂ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਕਿ ਉੱਥੇ ਦਾ ਸਿਸਟਮ ਜਿਹੜਾ ਹੈ, ਜੇ ਕੋਈ ਸ਼ਾਂਤਮਈ ਢੰਗ ਦੇ ਨਾਲ ਵੀ ਆਪਣੀ ਗੱਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਲੋਕਾਂ ਨੂੰ, ਉੱਥੇ ਦੀਆਂ ਸਰਕਾਰਾਂ ਨੂੰ, ਉੱਥੇ ਦੇ ਕਾਨੂੰਨ ਨੂੰ, ਉੱਥੇ ਦੇ ਸਿਸਟਮ ਨੂੰ ਦੱਸਣੀ ਚਾਹੁੰਦਾ, ਉਹ ਵੀ ਦੱਸ ਨਹੀਂ ਸਕਦਾ ਕਿ ਤੁਹਾਡਾ ਜਿਹੜਾ ਕਾਨੂੰਨ ਹੈ ਇੰਨਾ ਅੰਨਾ ਤੇ ਬੋਲਾ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ। ਕਿਉਂਕਿ ਜੇ ਪ੍ਰਕਾਸ਼ ਬਾਦਲ ਦੀ ਗੱਲ ਕਰੀਏ, ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਭਾਈ ਜਸਪਾਲ ਸਿੰਘ ਮੰਝਪੁਰ ਉਹਨਾਂ ਨੇ ਆ ਜਿਹੜੀ ਇੱਕ ਰਿਪੋਰਟ ਛਾਪੀ ਸੀ, ਉਸ ਨੂੰ ਚੈਲੰਜ ਕੀਤਾ ਗਿਆ, ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ, ਫਿਰ ਕਦੀ ਇਹ ਕਿਹਾ ਗਿਆ ਸੁਪਰੀਮ ਕੋਰਟ ਦਾ ਇਸ਼ੂ ਹੈ। ਸੋ ਕੁੱਲ ਮਿਲਾ ਕੇ ਜਦੋਂ ਦੇਖਦੇ ਹਾਂ ਸਾਡੀ ਇਹਦੇ ਵਿੱਚ ਪ੍ਰਾਪਤੀ ਵੀ ਆ, ਅਫਕੋਰਸ ਪ੍ਰਾਪਤੀ ਕਰਦੇ ਕਰਦੇ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਨੇ। ਅਸੀਂ ਉਹਨਾਂ ਨੂੰ ਵੀ ਨਾਲ ਦੇ ਨਾਲ ਜਦੋਂ ਵਿਚਾਰਾਂਗੇ, ਸਮੇਂ ਦਰ ਸਮੇਂ ਮੇਰੇ ਖਿਆਲ 'ਚ ਗਾਹਾਂ ਆਪਾਂ ਧੋਖਾ ਨਹੀਂ ਖਾਵਾਂਗੇ। ਐਟ ਦਾ ਐਂਡ ਇਹਨਾਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ, ਜੇ ਆਪਾਂ ਅੱਜ ਸਿੱਖ ਕੈਦੀਆਂ ਦੀ ਗੱਲ ਕਰਦੇ ਹਾਂ, ਉਹ ਰਾਜਨੀਤਿਕ ਕੈਦੀ ਨੇ,
ਉਹ ਪੋਲੀਟੀਕਲ ਪ੍ਰਿਜ਼ਨਰ ਨੇ। ਸੋ ਜਦੋਂ ਇਹਨਾਂ ਨੇ ਧਰਮਪਦ ਮੋਰਚਾ ਲਾਇਆ, ਧਰਮਪਦ ਮੋਰਚੇ ਤੋਂ ਬਾਅਦ ਫਿਰ ਜੂਨ 84 ਦਾ ਜਿਹੜਾ ਘੱਲੂਘਾਰਾ ਵਾਪਰਦਾ ਹੈ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ ਤੇ ਹੁਣ ਤੱਕ ਵੀ ਸਿੱਖਾਂ ਨਾਲ ਵਿਤਕਰੇ ਇੱਕ ਤੋਂ ਬਾਅਦ ਦੂਜਾ ਜਾਰੀ ਹੈ। ਡੇਰਾਵਾਦ ਕਿਤੇ ਫੈਲ ਗਿਆ। ਸੋ ਇਹਨਾਂ ਸਾਰੀਆਂ ਜਿਹੜੀਆਂ ਕਹਿ ਲਓ ਅਲਾਮਤਾਂ ਦਾ ਹੱਲ ਤਾਂ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੈ, ਉਹ ਸਾਡੇ ਰਾਜਸੀ ਕੈਦੀ ਨੇ। ਸੋ ਜੇ ਕੋਈ ਇਹ ਕਹੇ ਨਹੀਂ ਜੀ ਅਸੀਂ ਸਾਰਿਆਂ ਦੀ ਗੱਲ ਕਰਦੇ, ਆਫ ਕੋਰਸ ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ, ਪਰ ਸਾਨੂੰ ਅੱਜ ਆਪਣੀ ਕੌਮ ਦਾ ਭਲਾ ਮੰਗਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ। ਜੇ ਆਪਣੀ ਕੌਮ ਦਾ ਭਲਾ ਮੰਗਾਂਗੇ ਤੇ ਇਹਦੇ ਵਿੱਚ ਹੀ ਸਰਬੱਤ ਦਾ ਭਲਾ ਹੈ, ਸਰਬੱਤ ਦੇ ਭਲੇ ਵਿੱਚ ਹੀ ਪੂਰੇ ਵਿਸ਼ਵ ਦਾ ਭਲਾ ਹੈ। ਕਿਉਂਕਿ ਸਿੱਖ ਆਪਣੇ ਭਲੇ ਦੇ ਨਾਲ ਨਾਲ ਦੂਜਿਆਂ ਦਾ ਭਲਾ ਆਪਣੇ ਆਪ ਹੀ ਹੋ ਜਾਂਦਾ ਹੈ। ਪਰ ਸਾਡੇ ਨਾਲ ਤਾਂ ਇਹ ਹੋ ਰਿਹਾ ਅਤੇ ਗਾਹਾਂ ਵੀ ਸ਼ਾਇਦ ਵਾਹਿਗੁਰੂ ਅਰਦਾਸ ਕਰਦੇ ਨਾ ਹੋਵੇ। हम आए भी बढ़ते हैं तो हो जाते हैं बदनाम, वो कत्ल भी करते हैं तो चर्चा नहीं होता। कभी अन्ना हजारा वर्गा ने भुख हड़ताल कीतियां, कभी रामदेव वर्गा 2 दिन नहीं कट सकिया, ਜਿਹੜਾ ਲੇਡੀਜ਼ ਵਾਲੇ ਕੱਪੜੇ ਪਾ ਕੇ ਦੌੜ ਗਿਆ। ਹੁਣ ਉਹੀ ਕਿਰਨ ਬੇਦੀ ਆ ਜਿਹੜੇ ਵੱਡੇ ਵੱਡੇ ਇਸ਼ੂ ਲੈ ਕੇ ਆਉਂਦੇ ਸੀ, ਬੀਜੇਪੀ ਵਿੱਚ ਦਾਖਲ ਹੋ ਜਾਂਦੀ ਆ। ਪੰਥ ਸਮਾਜ ਦਾ ਕੀ ਰੋਲ ਆ, RSS ਦਾ ਕੀ ਰੋਲ ਆ, ਇਹ ਸਾਰਾ ਟੋਟਲ ਸਾਨੂੰ ਮੇਰੇ ਖਿਆਲ 'ਚ ਵਿਚਾਰਨ ਦੀ ਲੋੜ ਆ। ਇਸ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਲੋੜ ਆ। ਬਹੁਤ ਕੁਛ ਸਾਡੇ ਸਾਹਮਣੇ ਸਾਫ਼ ਵੀ ਹੋਇਆ, ਕੌਮ ਵਿੱਚ ਜਾਗਰਤੀ ਆਈ ਹੈ, ਇਹ ਪੋਜ਼ਿਟਿਵ ਆ। ਦੂਜੇ ਪਾਸੇ ਆ ਜਿਹੜੇ ਠੱਗ ਲਾਉਣਾ ਤੁਰਿਆ ਫਿਰਦਾ ਕੁਰਸੀਆਂ ਦੀ ਖਾਤਰ, ਇਹਨਾਂ ਸਾਰਿਆਂ ਦੇ ਜਿਹੜੇ ਚਿਹਰੇ ਮੋਹਰੇ ਐਟ ਦਾ ਐਂਡ ਹੋਰ ਨੰਗੇ ਹੋਏ ਆ, ਹੋਰ ਨਿਖਾਰ ਆਇਆ। 2013 ਵਿੱਚ ਇਹਨੇ ਕੋਈ ਫੈਸਲਾ ਨਹੀਂ ਕੀਤਾ। 2014 ਨਵੰਬਰ ਦੇ ਵਿੱਚ ਭਾਈ ਗੁਰਬਖਸ਼ ਸਿੰਘ 14 ਨਵੰਬਰ ਤੋਂ ਜਿਹੜੀ ਭੁੱਖ ਹੜਤਾਲ ਕੀਤੀ, 15 ਜਨਵਰੀ ਤੱਕ ਇਸ ਸਾਲ ਅੱਜ ਤੱਕ ਚੱਲੀ, ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਸੋ ਇਹ ਸਾਰੇ ਚਿਹਰੇ ਮੋਹਰਿਆਂ ਦੇ ਨੰਗੇ ਹੋ ਰਹੇ ਨੇ, ਕਿਉਂਕਿ ਇਹ ਤਾਂ ਲੋਕੀ ਜਿਹੜੇ ਨੇ ਕਿਤੇ ਸੌਰੀ ਟੂ ਸੇ ਲਾਸ਼ਾਂ ਗਿਣਦੇ ਹੁੰਦੇ ਨੇ, ਲੀਡਰ ਵੋਟਾਂ ਗਿਣਦੇ ਨੇ ਆਪਣੀ ਕੁਰਸੀ ਦੀ ਖਾਤਰ। ਉਸ ਪੰਥ ਦੇ ਨਾਲ ਦਗਾ ਕਰ ਰਹੇ ਨੇ ਜਿਸ ਪੰਥ ਨੇ, ਜਿਸ ਗੁਰੂ ਨੇ, ਜਾਂ ਜਿਸ ਪੰਥ ਨੇ ਕਦੀ ਹਾਰ ਨਹੀਂ ਮੰਨੀ, ਜਿਸ ਗੁਰੂ ਨੇ ਆਪਣੇ ਪੰਥ ਦੀ ਖਾਤਰ ਸਾਰਾ ਸਰਬੰਸ ਵਾਰ ਕੇ ਕਿਹਾ ਹੋਵੇ ਕਿ ਪੰਥ ਬਸੇ ਮੈਂ ਉਜੜਾ। ਇਹ ਸਿਰਫ ਤਾਂ ਸਿਰਫ ਪੰਥ ਉਜਾੜ ਕੇ ਆਪਣਾ ਆਪ ਵਸਾਉਣਾ ਚਾਹੁੰਦੇ ਨੇ। ਪਰ ਉਹ ਦਿਨ ਦੂਰ ਨਹੀਂ ਮੇਰੇ ਖਿਆਲ, ਜਿਸ ਦਿਨ ਕੌਮ ਦੇ ਝੰਡੇ ਵਿਚਲਣਗੇ। ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਜੀ, ਸਾਨੂੰ ਸਿਰ ਸੱਟ ਕੇ ਨਹੀਂ ਬੈਠਣਾ ਚਾਹੀਦਾ, ਪਰ ਜਿੰਨਾ ਕੁ ਵੀ ਪ੍ਰਾਪਤੀ ਹੈ ਇਸ ਨੂੰ ਸਿਰ ਮੱਥੇ ਸਵੀਕਾਰ ਕਰਨਾ ਚਾਹੀਦਾ। ਜੀ ਬਿਲਕੁਲ। ਅਵੀਸ਼, ਇੱਕ ਕੁਇਕ ਕੁਐਸਚਨ ਰਿਲੇਟਡ ਟੂ ਦਿਸ, ਬਿਕੋਜ਼ ਜਿਸ ਅਸੀਂ ਗੱਲ ਕੀਤੀ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਆਪਣਾ ਵਰਤ ਤੋੜਿਆ, ਬਾਹਰ ਦੇ ਦੇਸ਼ਾਂ ਦੇ ਸਾਰੇ ਸਿੱਖਮ ਨੇ ਹੀ ਕਿਹਾ ਕਿ ਮੈਂ ਤਾਂ ਆਪਣਾ ਵਰਤ ਤੋੜ ਦਿੱਤਾ, ਤੁਸੀਂ ਵੀ ਸਾਰੇ ਜਿਹੜੇ ਬਾਹਰ ਦੇ ਦੇਸ਼ਾਂ 'ਚ ਬੈਠੇ ਹੋ ਉਹ ਵੀ ਤੋੜ ਲਓ। ਪਰ ਲਾਈਕ ਐਜ਼ ਯੂ ਨੋ ਕਿ ਅਮਰੀਕਾ ਦੇ ਵਿੱਚ, ਕੈਨੇਡਾ ਔਰ ਇੰਗਲੈਂਡ ਦੇ ਵਿੱਚ ਵੀ ਕਾਫੀ ਆਪਣੀ ਨਵੀਂ ਜਨਰੇਸ਼ਨ ਵੀ ਬੈਠੀ ਸੀ ਭੁੱਖ ਹੜਤਾਲ ਤੇ। I mean, like, we are not like only supporting him, we are supporting the cause as well. So why can we still go on with this hunger strike to bring more awareness in our community and other communities? ਹਾਂਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਤਾਂ ਫਿਰ ਉਹਨਾਂ ਨੂੰ ਕਹਿਣਾ ਪੈਣਾ ਸੀ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਕਈ ਵਾਰ ਲੱਗਦਾ ਵੀ ਸ਼ਾਇਦ ਇਹ ਸਾਰਾ ਕੁਝ ਭਾਈ ਗੁਰਬਖਸ਼ ਸਿੰਘ ਕਰਕੇ ਹੋ ਰਿਹਾ। ਨਹੀਂ, ਇਹ ਇੱਕ ਕਾਜ਼ ਦੇ ਨਾਲ ਜਿਹੜਾ ਉਹਨਾਂ ਦਾ ਇਸ਼ੂ ਹੈ, ਸਾਰੀ ਕੌਮ ਦਾ ਇਸ਼ੂ ਹੈ। ਇਸ ਕਰਕੇ ਸਾਰੇ ਸਿੱਖ ਉਹਨਾਂ ਦੇ ਨਾਲ ਤੁਰਦੇ ਨੇ। ਬੇਸ਼ੱਕ ਕਿਸੇ ਤੇ ਕਈ ਵਾਰੀ ਵਿਚਾਰ ਨਹੀਂ ਵੀ ਮਿਲਦੇ ਹੁੰਦੇ, ਤਾਂ ਵੀ ਕਾਜ਼ ਨੂੰ, ਮੁੱਦੇ ਨੂੰ ਮੁੱਖ ਰੱਖ ਕੇ ਤੁਰਦੇ ਨੇ। ਮੇਰੇ ਖਿਆਲ 'ਚ ਉਹਨੇ ਆਪ ਵੀ ਕਿਹਾ ਕਿ ਬੇਸ਼ੱਕ ਭੁੱਖ ਹੜਤਾਲ ਖਤਮ ਹੋ ਗਈ ਹੈ, ਪਰ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰਾਉਣ ਦਾ ਸੰਘਰਸ਼ ਜਾਰੀ ਰਹੇਗਾ। ਕਹਾਂ ਉਹ ਕੀ ਕਰਦੇ ਨੇ, ਠੀਕ ਹੋ ਕੇ ਆਉਂਦੇ ਨੇ, ਆਪਣਾ ਥੋੜ੍ਹਾ ਜਿਹਾ ਰੈਸਟ ਕਰਕੇ ਆਉਂਦੇ ਨੇ, ਕੀ ਕਰਦੇ ਨੇ, ਉਹਨਾਂ ਦੇ ਕੀ ਵਿਚਾਰ ਹੋਣਗੇ, ਕਿੰਨੇ ਹੋਰ ਜਿਹੜੇ ਮਚੋਰ ਹੋ ਕੇ ਉਹ ਆਪ ਕੁਛ ਕਰਨਾ ਚਾਹੁੰਦੇ ਨੇ, ਸਿੱਖ ਸੰਗਤ ਨੇ ਕਹਾਂ ਕੀ ਕਰਨਾ। ਮੇਰੇ ਖਿਆਲ 'ਚ ਇਹ ਗੱਲਾਂ ਵਿਚਾਰਨ ਦੀ ਵੀ ਲੋੜ, ਪਰ ਇਹਨੂੰ ਪੋਜ਼ਿਟਿਵ ਪਰਸਪੈਕਟਿਵ ਵਿੱਚ ਰੱਖ ਕੇ ਹੀ ਦੇਖਣਾ ਪਵੇਗਾ। ਜੇ ਆਪਾਂ ਨੈਗੇਟਿਵ ਕਰਦੇ ਰਹਾਂਗੇ, ਅੱਧਾ ਗਲਾਸ ਖਾਲੀ ਅੱਧਾ ਗਲਾਸ ਖਾਲੀ, ਫੇਰ ਵੀ ਗੱਲ ਨਹੀਂ ਬਣਦੀ। ਜੋ ਕੁਝ ਵੀ, ਕਿਉਂਕਿ ਦੂਜੇ ਪਾਸੇ ਨਾਲ ਸਾਡਾ ਵਾਹ ਪਿਆ, ਉਹ ਅੱਤ ਦੇ ਬੇਈਮਾਨ ਨੇ, ਟੌਪ ਦੇ ਬੇਈਮਾਨ ਨੇ। ਪਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ, ਜਦੋਂ ਰਾਜ ਆਉਂਦਾ ਗਾਈਆਂ ਦਾ ਗੋਹਾ ਵੀ ਵਿਕਦਾ। ਉਹ ਇਨਸਾਨਾਂ ਦੀ ਕਦਰ ਨਹੀਂ ਕਰਦੇ, ਉੱਥੇ ਗਾਈਆਂ ਦੀ ਕਦਰ ਹੋ ਰਹੀ ਆ। ਜੇ ਕੋਈ ਗਾਂ ਮਰ ਜਾਂਦੀ ਉੱਥੇ 10 ਸਾਲ ਦੀ ਕੈਦ ਹੈ। ਸਿੱਖ ਜੇਲ੍ਹਾਂ ਵਿੱਚ ਰੁਲ ਜਾਣ, ਕਿਸੇ ਨੂੰ ਕੋਈ ਕੇਅਰ ਨਹੀਂ। ਇਹ ਇਸ਼ੂਜ਼ ਨੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 2 ਮਿੰਟ ਰਹਿ ਗਏ ਨੇ। ਸੈਕਿੰਡ ਇਸ਼ੂ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਹੈ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਬਾਈ ਅਕਾਲੀ ਦਲ ਬਾਦਲ, ਐਂਡ ਆਲਸੋ ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਵਿੱਚ ਹੀ ਨੇ ਤੇ ਸ਼੍ਰੋਮਣੀ ਕਮੇਟੀ ਵੀ ਵਿੱਚ ਹੀ ਨੇ। ਐਂਡ 17 January ਆਈ ਥਿੰਕ probably a possibility it's going to be his last day, and how do you see all this?
ਤੁਸੀਂ ਇਸ ਬਾਰੇ ਕੀ ਵਿਚਾਰਦੇ? ਇਹਦੇ ਲਈ ਅਸੀਂ ਸਾਰੇ ਬੈਡ ਹੀ ਫੀਲ ਕਰ ਰਹੇ ਹਾਂ ਜੀ। ਅਫਸੋਸ ਹੈ ਕਿਉਂਕਿ ਜਿਹੜੇ ਬੰਦੇ ਕੌਮ ਦੀ ਗੱਲ ਕਰਦੇ ਨੇ, ਪੰਥ ਦੀ ਗੱਲ ਕਰਦੇ ਨੇ, ਉਹਨਾਂ ਨੂੰ ਵੀ ਕਿਸ ਤਰ੍ਹਾਂ ਲਾਂਭੇ ਕਰਦੇ ਨੇ। ਅਮਰੀਕਾ 'ਚ ਜੇ ਜਥੇਦਾਰ ਨੰਦਗੜ੍ਹ ਸਾਹਿਬ ਇਹਨਾਂ ਦੇ ਵਿੱਚ ਰਹਿੰਦੇ ਨੇ, ਹੁਣ ਉਹਨਾਂ ਕੋਲ ਚੁਆਇਸ ਵੀ ਕੋਈ ਨਹੀਂ। ਜਿਵੇਂ 150 ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਨੇ, ਜਾਂ ਜਿਸ ਤਰੀਕੇ ਦੇ ਨਾਲ ਤਾਣਾ ਬਾਣਾ ਸੁਖਬੀਰ ਬਾਦਲ ਨੇ ਅਤੇ ਉਹਨਾਂ ਦੇ ਨਾਨਕਸਰੀ ਡੇਰੇ ਵੱਲੋਂ ਉਹਨਾਂ ਦੀ ਵਾਈਫ ਅਤੇ ਸਾਰੇ ਸਿਸਟਮ ਨੇ ਕਹਿ ਲਓ ਬੁਣਿਆ ਹੋਇਆ, ਹੁਣ ਬੇਸ਼ੱਕ ਉਹਨਾਂ ਨੂੰ ਕੱਢ ਵੀ ਦੇਣਗੇ ਪਰ ਉਹਨਾਂ ਦਾ ਨਾਂ ਸਿੱਖ ਕੌਮ ਦੇ ਜਿਹੜੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ। ਸਿੱਖ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਨੇ। ਨਾਨਕਸ਼ਾਹੀ ਕੈਲੰਡਰ ਦਾ ਦਫਨ ਕਰਨਾ ਤੇ ਉਹਦੇ ਨਾਲ ਹੀ ਆਪਣੇ ਸਿੰਘ ਸਾਹਿਬ ਆਨੰਦਗੜ੍ਹ ਸਾਹਿਬ ਜੀ ਨੂੰ ਉਠਾਉਣਾ, ਇਹ ਆਪਣੇ ਆਪ ਵਿੱਚ ਹਿਸਟੋਰੀਕਲੀ ਵੀ ਸਿਧਾਂਤਕ ਤੌਰ ਤੇ ਵੀ ਸਿੱਖ ਕੌਮ ਦੇ ਪੁਆਇੰਟ ਆਫ ਵਿਊ ਤੇ ਇੰਟਰਸਟ ਦੇ ਤੌਰ ਤੇ ਵੀ ਬੜੀ ਘਾਤਕ ਗੱਲ ਹੋਵੇਗੀ। ਕਿਉਂਕਿ ਆ ਜਿਹੜੇ ਬੜੇ ਬੜੇ ਬ੍ਰਹਮ ਗਿਆਨੀ ਨੇ ਸੰਤ ਸਮਾਜ ਵਾਲੇ, ਇਹ ਫਿਰ ਜੇ ਇਹਨਾਂ ਨੂੰ ਕੋਈ ਜਾ ਕੇ ਇਹਨਾਂ ਦਾ ਸ਼ਰਧਾਲੂ ਪੁੱਛੂਗਾ ਬਾਬਾ ਜੀ ਬ੍ਰਹਮ ਗਿਆਨੀ ਜੀ ਦੱਸੋ ਗੁਰੂ ਸਾਹਿਬ ਦਾ ਗੁਰਪੁਰਬ ਕਦੋਂ ਆਉਂਦਾ, ਉਹ ਫਿਰ ਛੋਟੇ ਬ੍ਰਹਮ ਗਿਆਨੀ ਜੀ ਨੂੰ ਆਰਡਰ ਕਰਨਗੇ, ਛੋਟੇ ਬ੍ਰਹਮ ਗਿਆਨੀ ਜੀ ਤੁਸੀਂ ਦੇਖੋ ਕੰਧ ਤੇ ਜਿਹੜਾ ਕੈਲੰਡਰ ਲਿਖਿਆ ਹੋਇਆ RSS ਨੇ ਬਣਾਇਆ ਸੀ, ਆਖਿਰਕਾਰ ਉੱਥੇ ਗੁਰੂ ਸਾਹਿਬ ਦਾ ਗੁਰਪੁਰਬ ਕਦੋਂ ਆਉਂਦਾ। ਪਰ ਪੁੱਛਣ ਵਾਲਾ ਹੋਵੇ, ਇਹਨਾਂ ਨੂੰ ਆਪਣੇ ਜਨਮ ਦਿਨ ਦਾ ਪਤਾ ਹੈ ਪਰ ਗੁਰੂ ਸਾਹਿਬ ਦੀ ਜਿਹੜੀਆਂ ਗੁਰਪੁਰਬ ਨੇ ਤਰੀਕਾਂ ਨੇ ਉਹ ਕਿਉਂ ਪੱਕੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਕਈ ਵਾਰੀ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਿਹੜੇ ਜਿਵੇਂ ਹੁਣ ਸੰਤ ਢੰਡਰੀਆਂ ਵਾਲੇ ਉਹ ਕੌਮ ਦੇ ਨਾਲ ਖੜੇ ਨੇ, ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਇਸ ਤੋਂ ਵੀ ਬਚਣ ਦੀ ਲੋੜ ਹੈ ਮੇਰੇ ਖਿਆਲ 'ਚ। ਤੇ ਨਾਨਕਸ਼ਾਹੀ ਕੈਲੰਡਰ ਕੌਮ ਦਾ ਕੈਲੰਡਰ ਹੈ, ਆਨੰਦਗੜ੍ਹ ਉਹਨਾਂ ਦੀ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਹਾਂ। ਇਹਨਾਂ ਜਿਹੜਾ ਠੱਗ ਲਾਉਣਾ, ਇੱਕ ਪਾਸੇ ਕਹਿੰਦੇ ਸਾਨੂੰ ਅਸੀਂ ਵੱਖਰੇ ਹਾਂ, ਦੂਜੇ ਪਾਸੇ ਆਪਣੇ ਆਪ ਹੀ ਕਹੀ ਜਾਂਦੇ ਆ BJP ਸਾਡੇ ਵਿੱਚ ਫਰਕ ਕੋਈ ਨਹੀਂ, RSS ਸਾਡੇ ਵਿੱਚ ਕੋਈ ਫਰਕ ਕੋਈ ਨਹੀਂ, ਸੰਤ ਸਮਾਜ ਵਿੱਚ ਤੇ ਸਾਡੇ ਵਿੱਚ ਫਰਕ ਕੋਈ ਨਹੀਂ। ਸੋ ਵੱਖਰੇ ਹੋ ਕੇ ਵੀ ਇਹ ਵੱਖਰੇ ਹੋਣਾ ਨਹੀਂ ਚਾਹੁੰਦੇ। ਪਤਾ ਨਹੀਂ ਰੱਬ ਵੱਲੋਂ ਇਹਨਾਂ ਨੂੰ ਕੀ ਮਾਰ ਪੈ ਰਹੀ ਹੈ। ਸੌਰੀ ਟੂ ਸੇ ਦੈਟ। जी बिल्कुल ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਬਹੁਤ ਕਲੀਅਰਟੀ ਨਾਲ ਇਸ ਸਾਰਾ ਆਨਸਰ ਦਿੱਤਾ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਗਿਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ टाइम का इजाजत ਤੁਹਾਡੇ ਕੋਲ ਲੈਣ ਤੇ ਵੀ ਹੋ ਗਿਆ ਹੈ, ਤਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।